जिथे हर कैंप के 3 ਤੋਂ 3500 लोग रहते हैं। उन्होंने 6000 नौकरियों का वादा किया गया सी कि उन्होंने दिता जाएगा, उन्होंने बेरोजगार जोड़े युवक ने उन्होंने नौकरियां दित्तियां जाणगियां। लेकिन हास्यास्पद बात यह हैगी है कि वो नौकरियां तो छड्डो, उन्होंने कोई बुला के राजी नहीं है। 1650 रुपए पर परसन पर मंथ दिता जाता उन्होंने, प्लस उन्होंने ड्राई राशन दिता जाता। वो 1650 रुपए की करनगे? उन्होंने डॉक्यूमेंट्स कितने हैं, उन्होंने सर्टिफिकेट्स कितने हैं? कश्मीरी पंडितां दी मैं फिर गल कवांगा, कश्मीरी पंडितां दी चीखां इन्हां दी कन्नां तक नहीं पहुंचियां। उन्हां बच्चियां दे रेप होए ने, उन्हां नूं घरों बेघर कर दिता गया। उन्हां दे दरवाज़िਆਂ ਦੇ बाहर मुसलमानां द्वारा लिखते ਸੀਗੇ कि तुसीं घर छड्ड के चले जाओ। उन्हां बारे कोई सवाल नहीं हैगा। रेप हो रहे हैं हर 15 मिनट के देश के रेप हो रहे हैं। असीं गल कर रहे हैं किसी का रेप हो रहा है, कोई छोटा जिहा काम किसी सरकारी महकमे तो लेना होवे तो बहुत ईजीली उत्ते रिश्वत दे के तुसीं करा सकते, किसी भी डिपार्टमेंट को टंकी नहीं तोड़ के कर रहे हैं। सत श्री अकाल, मैं जसविंदर पाल चैनल शान पंजाबी तुहाडा स्वागत करता हाँ। इस बार बहस बहुत गंभीर मुद्दे ते है। 19 जनवरी 1990 ਨੂੰ कश्मीरी पंडितां ਨੂੰ ਜਦੋਂ जुदा करके वंड वाला सीन दोबारा देखने ਨੂੰ मिलिया ਤਾਂ ਲੱਖਾਂ दिल ਹਲੂੰਦਰੇ गए। इस मुद्दे ते साडे नाल जुड़े ने रोहित कुमार जी जो कि सीनियर जर्नलिस्ट ने। रोहित जी तुहाडा चैनल शान पंजाबी बहुत बहुत स्वागत। बहुत बहुत धन्यवाद। सब तो पहले दर्शकों ਨੂੰ ਤੇ शान पंजाबी ਨੂੰ ਸਤਿ ਸ੍ਰੀ ਅਕਾਲ। बहुत ਵਧੀਆ ਉਪਰਾਲਾ ਤੁਹਾਡਾ ਹੈਗਾ ਜਿਹੜਾ 19 ਜਨਵਰੀ ਦੇ ਵਿੱਚ 1990 ਚ ਜੋ ਕੁਝ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਹੋਇਆ ਉਹ ਬਹੁਤ ਹੀ ਦੁਖਦ ਹੈ ਤੇ ਉਹਦੀ ਯਾਦ ਦੇ ਵਿੱਚ ਤੁਸੀਂ ਜਿਹੜਾ ਪ੍ਰੋਗਰਾਮ ਰੱਖਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੀ ਮੈਂ ਬਹੁਤ ਸਰਾਹਨਾ ਕਰਦਾ। ਤੇ ਆਪਾਂ ਹੁਣ ਇਸ ਮੁੱਦੇ ਤੇ ਗੰਭੀਰ ਚਰਚਾ ਤੇ ਸ਼ੁਰੂਆਤ ਕਰਦੇ ਹਾਂ। ਰੋਹਿਤ ਜੀ ਤੁਸੀਂ ਇਹ ਚੀਜ਼ ਨੂੰ ਬਹੁਤ ਵਧੀਆ ਕਵਰ ਵੀ ਕੀਤਾ ਹੈ ਤੇ ਇਹ ਚੀਜ਼ ਤੇ ਤੁਸੀਂ ਚਿੰਤਨ ਵੀ ਕੀਤਾ ਹੈ ਤੇ ਤੁਹਾਡੇ ਕਈ ਆਰਟੀਕਲ ਵੀ ਪੜ੍ਹਨ ਨੂੰ ਮਿਲੇ ਨੇ। ਅਸਲ 'ਚ ਕੀ ਗੰਭੀਰਤਾ ਰਹੀ ਇਸ ਮੁੱਦੇ ਤੇ? ਦੇਖੋ, ਸਭ ਤੋਂ ਪਹਿਲੇ ਤਾਂ ਆਪਾਂ ਇਸ ਮੁੱਦੇ ਤੇ ਗੱਲ ਕਰੀਏ ਕਿ ਹਿਊਮਨ ਰਾਈਟਸ ਵਾਇਲੇਸ਼ਨ, ਸਾਡਾ ਜਿਹੜਾ ਦੇਸ਼ ਦਾ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਬੇਸਿਕਲੀ ਇਹਨੂੰ ਸਹੀ ਤਰੀਕੇ ਨਾਲ ਚੁੱਕ ਹੀ ਨਹੀਂ ਸਕਿਆ। ਕਿਉਂਕਿ 19 ਔਰ 20 ਜਨਵਰੀ ਦੀ ਰਾਤ ਨੂੰ 1990 ਦੇ ਵਿੱਚ ਜਦੋਂ ਸਰੇਆਮ ਅਲਗਾਓਵਾਦੀਆਂ ਵੱਲੋਂ, ਪਾਕਿਸਤਾਨੀ ਆਤੰਕਵਾਦੀਆਂ ਵੱਲੋਂ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਗਿਆ, ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਤੇ ਉਹਨਾਂ ਦੀਆਂ ਲੜਕੀਆਂ ਦੇ ਰੇਪ ਕੀਤੇ ਗਏ ਤੇ ਉਸ ਟਾਈਮ ਤੇ ਰਾਜੇਪਾਲ ਸੀਗੇ ਜਗਮੋਹਨ ਜੀ। ਜਗਮੋਹਨ ਜੀ ਨੇ ਰਾਜੇਪਾਲ ਹੁੰਦੇ ਹੋਏ ਵੀ ਕੋਈ ਕਦਮ ਨਹੀਂ ਚੁੱਕਿਆ। ਭਾਰਤੀ ਆਰਮੀ ਉੱਥੇ ਸੀਗੀ, ਕਿਸੇ ਨੇ ਵੀ ਕਸ਼ਮੀਰੀ ਪੰਡਤਾਂ ਨੂੰ ਉੱਥੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਵਿੱਚ 1 ਮਹੀਨੇ ਦੇ ਅੰਦਰ ਅੰਦਰ ਲਗਭਗ 3.5 ਲੱਖ ਕਸ਼ਮੀਰੀ ਪੰਡਤ ਜਿਹੜੇ ਸੀ ਉਹ ਕਸ਼ਮੀਰ ਦੀ ਘਾਟੀ ਨੂੰ ਛੱਡਣ ਤੇ ਮਜਬੂਰ ਹੋ ਗਏ ਔਰ ਦੇਸ਼ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਜਾ ਕੇ ਉਹ ਵਿਚਾਰੇ ਬਸੇ। ਲੇਕਿਨ ਉਹਨਾਂ ਨੂੰ ਹਰ 5 ਸਾਲ ਦੇ ਬਾਅਦ ਜਦੋਂ ਸਰਕਾਰ ਆਉਂਦੀ ਹੈ, ਜਦੋਂ ਕੋਈ ਇਲੈਕਸ਼ਨ ਆਉਂਦਾ ਹੈ, ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਕੋਈ ਦੇਸ਼ ਦੀ ਕੇਂਦਰੀ ਸਰਕਾਰ ਹੋਵੇ, ਉਹਨਾਂ ਨੂੰ ਸਿਰਫ ਇੱਕ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਤੋਲਿਆ ਜਾਂਦਾ ਹੈ। ਉਹ ਤੋਂ ਇਲਾਵਾ ਕਸ਼ਮੀਰੀ ਪੰਡਤਾਂ ਵਾਸਤੇ ਕਿਸੇ ਵੀ ਤਰ੍ਹਾਂ ਦਾ ਰੂਲ ਅਜੇ ਨਾ ਹੀ ਕੋਈ ਨੀਤੀ ਆਯੋਗ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ। ਅੱਜ 30 ਸਾਲ ਉਹਨੂੰ ਹੋ ਗਏ, 29-30 ਸਾਲ ਕੋਈ ਐਵੇਂ ਦਾ ਕਮਿਸ਼ਨ ਨਹੀਂ ਬਣਿਆ ਕਸ਼ਮੀਰੀ ਪੰਡਤਾਂ ਨੂੰ ਲੈ ਕੇ। ਕਿਸੇ ਵੀ ਤਰ੍ਹਾਂ ਦਾ ਕੋਈ ਆਯੋਗ ਨਹੀਂ ਹੈਗਾ ਜਿਹੜੀ ਉਹਨਾਂ ਦੇ ਦੁੱਖ ਦਰਦ ਨੂੰ ਸਮਝ ਸਕੇ। 1990 ਦੇ ਵਿੱਚ 1 ਮਹੀਨੇ ਦੇ ਅੰਦਰ ਅੰਦਰ ਇਤਨੀਆਂ ਚੀਖਾਂ ਸੁਣਨ ਨੂੰ ਮਿਲੀਆਂ, ਲੇਕਿਨ ਉਹ ਚੀਖਾਂ ਨੂੰ ਕੇਂਦਰ ਸਰਕਾਰ ਨਹੀਂ ਸੁਣ ਪਾ ਰਹੀ। 2014 ਦੇ ਵਿੱਚ ਜਦੋਂ ਮੋਦੀ ਸਰਕਾਰ ਨੇ ਪ੍ਰਚੰਡ ਬਹੁਮਤ ਲਿਆ, ਉਹਨਾਂ ਦਾ ਪਹਿਲਾ ਇੱਕੋ ਹੀ ਨਾਰਾ ਸੀ ਕਿ ਕਸ਼ਮੀਰੀ ਪੰਡਤ ਜਿਹੜੇ ਵਿਸਥਾਪਿਤ ਨੇ ਉਹਨਾਂ ਨੂੰ ਪੂਰਨ ਸਥਾਪਿਤ ਕੀਤਾ ਜਾਏਗਾ ਕਸ਼ਮੀਰ ਦੇ ਵਿੱਚ। ਲੇਕਿਨ ਅੱਜ ਵਿਡੰਬਨਾ ਦੇਖੋ ਸਾਡੇ ਦੇਸ਼ ਦੀ ਕੇਂਦਰ ਸਰਕਾਰ ਦੀ ਕਿ ਉਹਨਾਂ ਦੇ ਕੋਲ ਕਸ਼ਮੀਰੀ ਪੰਡਤਾਂ ਦਾ ਡਾਟਾ ਹੀ ਹੈ ਨਹੀਂ ਕਿ ਕਿਤਨੇ ਕਤਲ ਹੋਏ ਨੇ, ਕਿਤਨਿਆਂ ਦੇ ਰੇਪ ਹੋਏ ਨੇ, ਕਿਤਨਿਆਂ ਦੇ ਘਰ ਉਜੜੇ ਨੇ, ਉਹਨਾਂ ਦੀ ਪ੍ਰੋਪਰਟੀ ਕਿੱਥੇ ਗਈ ਹੈ। ਲੇਕਿਨ ਐਸਾ ਕੁਝ ਵੀ ਨਹੀਂ ਹੋ ਰਿਹਾ। ਸਿਰਫ ਇੱਕ ਚੁਣਾਵੀ ਮੁੱਦਾ ਹੈ ਤੇ ਚੁਣਾਵੀ ਜੁਮਲਾ ਹੈ, ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਨਹੀਂ ਹੈ। ਰੋਹਿਤ ਜੀ, ਜਿਵੇਂ ਕਿ ਤੁਸੀਂ ਮੋਦੀ ਸਰਕਾਰ ਦੀ ਗੱਲ ਕੀਤੀ ਹੈ, 377 ਕਸ਼ਮੀਰ 'ਚ ਧਾਰਾ ਵੀ ਹਟੀ ਹੈ, ਉਹਦਾ ਕੀ ਅਸਰ ਹੈ ਦੇਖਣ ਨੂੰ? ਦੇਖੋ, 370 ਜਾਂ 35 ਇਹ ਹਟਣ ਨਾਲ ਆਮ ਜਨਤਾ ਨੂੰ ਕੀ ਫਾਇਦਾ ਹੈ? ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਨੇ ਕਿਹਾ ਕਿ 370 ਹਟਾ ਦਿੱਤੀ ਗਈ ਹੈ, ਹੁਣ ਉੱਥੇ ਨੌਕਰੀਆਂ ਮਿਲਣਗੀਆਂ। ਸੁਪਰੀਮ ਕੋਰਟ ਦਾ ਹਾਲਿਆ ਹੁਣੇ ਇੱਕ ਸਟੇਟਮੈਂਟ ਆਇਆ, ਜਜਮੈਂਟ ਆਇਆ
ਸੌਰੀ ਹਾਈ ਕੋਰਟ ਦਾ ਕਿ ਜਿਹੜੀਆਂ ਨੌਕਰੀਆਂ ਬਾਹਰਲਿਆਂ ਨੂੰ ਦੇਣੀਆਂ ਨੇ ਕਸ਼ਮੀਰ ਤੋਂ ਬਾਹਰ ਉਹ ਨਹੀਂ ਦਿੱਤੀਆਂ ਜਾਣਗੀਆਂ, ਉਹ ਕਸ਼ਮੀਰ ਦੇ ਲੋਕਾਂ ਨੂੰ ਦਿੱਤੀਆਂ ਜਾਣ। ਠੀਕ ਹੈ, 6000 ਨੌਕਰੀਆਂ ਦਾ ਜਿਹੜੇ ਵਿਸਥਾਪਿਤ ਜਿਹੜੇ ਕਸ਼ਮੀਰੀ ਪੰਡਤ ਸੀਗੇ ਜਿਹੜੇ ਜੰਮੂ ਦੇ ਜਗਤੀ ਕੈਂਪ ਦੇ ਵਿੱਚ ਰਹਿ ਰਹੇ ਨੇ, ਲਗਭਗ 4 ਕੈਂਪ ਨੇ ਉੱਥੇ ਜੰਮੂ ਦੇ ਵਿੱਚ, ਜਿੱਥੇ ਹਰ ਕੈਂਪ ਦੇ ਵਿੱਚ 3 ਤੋਂ 3500 ਲੋਕ ਰਹਿੰਦੇ ਨੇ। ਉਹਨਾਂ ਨਾਲ 6000 ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਦਿੱਤਾ ਜਾਵੇਗਾ, ਉਹਨਾਂ ਦੇ ਬੇਰੋਜ਼ਗਾਰ ਜਿਹੜੇ ਯੁਵਕ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਲੇਕਿਨ ਹਾਸਿਆਸਪਦ ਬਾਤ ਇਹ ਹੈਗੀ ਹੈ ਕਿ ਉਹ ਨੌਕਰੀਆਂ ਦਾ ਛੱਡੋ, ਉਹਨਾਂ ਨੂੰ ਕੋਈ ਬੁਲਾ ਕੇ ਰਾਜੀ ਨਹੀਂ ਹੈਗਾ ਕਿਤੇ। ਕਿਹੜੇ ਕਸ਼ਮੀਰੀ ਪੰਡਤਾਂ ਦੀ ਅਸੀਂ ਗੱਲ ਕਰ ਰਹੇ ਹਾਂ? 19 ਜਨਵਰੀ ਫਿਰ ਆ ਗਿਆ, ਅੱਜ 30 ਸਾਲ ਹੋਣ ਨੂੰ ਹੋ ਗਏ। ਲੇਕਿਨ ਮੈਂ ਫਿਰ ਕਹਾਂਗਾ ਮੋਦੀ ਸਰਕਾਰ ਨਹੀਂ, ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਮੋਦੀ ਸਰਕਾਰ ਹੋਵੇ, ਲੇਕਿਨ ਮੋਦੀ ਸਰਕਾਰ ਦੀ ਗੱਲ ਕਿਉਂ ਹੁੰਦੀ ਹੈ ਕਿ ਜਦੋਂ ਕਾਂਗਰਸ ਸਰਕਾਰ ਸੀਗੀ ਤੇ ਮੋਦੀ ਜਿਹੜਾ ਬੀਜੇਪੀ ਪਾਰਟੀ ਸੀਗੀ, ਜਿਹੜੇ ਬੀਜੇਪੀ ਅਲਾਈਅੰਸ ਪਾਰਟੀ ਸੀਗੀਆਂ, ਉਹ ਲਗਾਤਾਰ ਇਸ ਮੁੱਦੇ ਨੂੰ ਚੁੱਕਦੀਆਂ ਰਹੀਆਂ ਕਿ ਜਦੋਂ ਸਾਡੀ ਸਰਕਾਰ ਬਣੇਗੀ ਸਾਡੀ ਪ੍ਰਾਥਮਿਕਤਾ ਹੋਏਗੀ ਕਿ ਅਸੀਂ ਕਸ਼ਮੀਰੀ ਪੰਡਤਾਂ ਨੂੰ ਪੂਰਨ ਸਥਾਪਿਤ ਕਰਾਂਗੇ। ਲੇਕਿਨ ਹਜੇ ਤੱਕ ਕੋਈ ਮੁੱਦਾ ਨਹੀਂ ਉੱਠ ਰਿਹਾ। ਅੱਜ ਵੀ ਤੁਸੀਂ ਜਗਤੀ ਕੈਂਪ ਦੇ ਵਿੱਚ ਚਲੇ ਜਾਓ, ਉਸ ਤੋਂ ਇਲਾਵਾ ਦੂਸਰੇ ਕੈਂਪਾਂ ਦੇ ਵਿੱਚ ਚਲੇ ਜਾਓ, ਲੋਕ ਉੱਥੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੇ ਨਾਮ ਨੂੰ ਲੈ ਕੇ ਤੁਸੀਂ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹੋ। ਰੋਹਿਤ ਜੀ, ਤੁਸੀਂ ਕਸ਼ਮੀਰ ਦੀ ਸਿਆਸਤ ਵੀ ਚੰਗੀ ਤਰ੍ਹਾਂ ਦੇਖੀ ਹੈ ਤੇ ਆਰਟੀਕਲਸ ਵੀ ਬਹੁਤ ਖੂਬਸੂਰਤ ਲਿਖੇ ਨੇ। ਇਹਦੇ ਵਿੱਚ ਕਿਵੇਂ ਹੋਊਗੀ ਕਿ ਇਹ ਜਿਹੜੇ ਕਸ਼ਮੀਰੀ ਪੰਡਤ ਨੇ ਇਹਨਾਂ ਦਾ ਪੁਨਰਵਾਸ ਹੋ ਸਕੂਗਾ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਪੁਨਰਵਾਸ ਹੋ ਹੀ ਨਹੀਂ ਸਕਦਾ ਇਹਨਾਂ ਦਾ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਡਿਟੇਲ ਹੀ ਗਵਰਨਮੈਂਟ ਕੋਲ ਨਹੀਂ ਹੈਗੀ ਕਿ ਉਹਨਾਂ ਦੀ ਪ੍ਰਾਪਰਟੀ ਕਿੱਥੇ ਸੀ। ਠੀਕ ਹੈ ਨਾ। ਹੁਣ 2019 ਦੇ ਵਿੱਚ ਇੱਕ ਲੀਡਿੰਗ ਨਿਊਜ਼ ਚੈਨਲ ਸੀਗਾ, ਉਹਨਾਂ ਨੇ ਇੱਕ ਆਰਟੀਆਈ ਲਗਾਈ। ਆਰਟੀਆਈ ਦੇ ਵਿੱਚ ਉਹਨਾਂ ਨੇ ਇਹ ਚੀਜ਼ ਦਾ ਪਹਿਲਾ ਕੁਐਸਚਨ ਇਹ ਪੁੱਛਿਆ ਸੀਗਾ ਕਿ ਕਿਤਨੇ ਕਸ਼ਮੀਰੀ ਪੰਡਤਾਂ ਦਾ 1990 ਤੋਂ ਲੈ ਕੇ ਹੁਣ ਤੱਕ ਕਤਲੋ-ਗਾਰਤ ਹੋਈ ਹੈ, ਲੇਕਿਨ ਉਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਗ੍ਰਹਿ ਮੰਤਰਾਲੇ ਕੋਲ। ਤੇ ਇਹ ਵੀ ਕਿੱਡੀ ਵਿਡੰਬਨਾ ਵਾਲੀ ਗੱਲ ਹੈ ਕਿ ਗ੍ਰਹਿ ਮੰਤਰਾਲੇ ਕੋਲ ਕਸ਼ਮੀਰੀ ਪੰਡਤਾਂ ਦਾ ਕੋਈ ਡਾਟਾ ਹੀ ਹੈ ਨਹੀਂ। ਦੂਸਰਾ ਜਿਹੜੇ ਕਿ 30 ਸਾਲਾਂ ਤੋਂ ਲਗਾਤਾਰ ਰਾਜਨੀਤੀ ਕਰਦੇ ਰਹੇ ਨੇ, ਉਹ ਦੇਖੋ ਆਪਾਂ 30 ਸਾਲ ਪਿੱਛੇ ਨਹੀਂ ਜਾਂਦੇ, 2014 ਦੀ ਲੈ ਲੈਂਦੇ ਹਾਂ। ਬਹੁਮਤ ਕਿਹੜਾ ਮਿਲਿਆ ਸੀ ਮੋਦੀ ਸਰਕਾਰ ਨੂੰ? ਹਿੰਦੂਵਾਦ ਤੇ ਰਾਸ਼ਟਰਵਾਦ ਤੇ ਇਹਨਾਂ ਨੂੰ ਬਹੁਮਤ ਮਿਲਿਆ, ਲੇਕਿਨ ਕਸ਼ਮੀਰੀ ਪੰਡਤਾਂ ਨੂੰ ਉਹਦੇ ਵਾਸਤੇ ਕੀ ਮਿਲਿਆ? ਅੱਜ ਕਸ਼ਮੀਰੀ ਪੰਡਤ ਜਿਹੜੇ ਕਸ਼ਮੀਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਉਹਨਾਂ ਦੇ ਮਕਾਨ ਫਲੈਟ ਤੁਸੀਂ ਜਾ ਕੇ ਦੇਖ ਲਓ, ਸੀਵਰੇਜ ਦੇਖ ਲਓ, ਉਹ ਕਦੀ ਵੀ ਗਿਰ ਸਕਦੇ ਨੇ। ਠੀਕ ਹੈ, ਮੋਦੀ ਸਰਕਾਰ ਹੋਵੇ ਜਾਂ ਉੱਥੇ ਦੀ ਲੋਕਲ ਗਵਰਨਮੈਂਟਸ ਹੋਣ, ਪੀਡੀਪੀ ਹੋ ਗਈ ਜਾਂ ਫਿਰ ਕੋਈ ਵੀ ਗਵਰਨਮੈਂਟ, ਉਹਨਾਂ ਨੇ ਇਹ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਜਿੱਥੇ ਰੱਖ ਰਹੇ ਹਾਂ, ਜਿਹੜਾ ਤੁਹਾਨੂੰ ਪਹਿਲੇ ਉਹਨਾਂ ਨੂੰ ਟੈਂਟਾਂ 'ਚ ਰੱਖਿਆ ਗਿਆ, ਟੈਂਟਾਂ ਤੋਂ ਬਾਅਦ ਉਹਨਾਂ ਨੂੰ 1 BHK ਦਾ 1 BHK ਨਹੀਂ ਬੋਲਾਂਗੇ, 1 ਰੂਮ ਸੈੱਟ ਦਿੱਤਾ ਗਿਆ ਜਿਹਦੇ ਵਿੱਚ ਵਾਸ਼ਰੂਮ ਨਹੀਂ ਹੈਗੇ, ਕਿਚਨਸ ਨੇ। ਉਸ ਤੋਂ ਬਾਅਦ ਉਹਨਾਂ ਨੂੰ ਰੱਖਿਆ ਗਿਆ ਉਹਨਾਂ ਨੇ 2 ਰੂਮ ਸੈੱਟ ਦੇ ਵਿੱਚ। ਅੱਜ ਜਾ ਕੇ ਉਹਨਾਂ ਦੀ ਹਾਲਤ ਦੇਖ ਲਓ ਕਿ ਉਹ ਕਦੀ ਵੀ ਗਿਰ ਸਕਦੇ ਨੇ, ਉੱਥੇ ਇੱਕ ਵੱਡਾ ਹਾਦਸਾ ਹੋ ਸਕਦਾ। ਠੀਕ ਹੈ, ਮਿਨੀ ਟਾਊਨਸ਼ਿਪ ਦੇ ਨਾਮ ਤੋਂ ਜਗਤੀ ਕੈਂਪ ਹੈ, ਉਹਦੀ ਹਾਲਤ ਜਾ ਕੇ ਤੁਸੀਂ ਦੇਖੋ। ਮੈਂ ਉੱਥੇ ਕਈ ਵਾਰੀ ਕਵਰੇਜ ਕੀਤੀ, ਲੇਕਿਨ ਲੋਕਲ ਪੱਧਰ ਤੇ ਅਗਰ ਆਪਾਂ ਦੇਖਿਆ ਜਾਵੇ ਤਾਂ ਕਸ਼ਮੀਰੀ ਪੰਡਤਾਂ ਵਾਸਤੇ ਤੁਸੀਂ ਬਜਟ ਕਿਵੇਂ ਲੈ ਕੇ ਆਓਗੇ? ਜੀ ਫਾਈਨੈਂਸ਼ੀਅਲ ਕੈਟਾਗਰੀਜ਼ ਕੀ ਨੇ? ਉੱਥੇ ਲਗਭਗ 3.5 ਲੱਖ ਲੋਕਾਂ ਚੋਂ 2 ਲੱਖ ਲੋਕਾਂ ਨੇ ਆਪਣੇ ਆਪ ਨੂੰ ਰਿਲੀਫ ਕੈਟਾਗਰੀ 'ਚ ਰੱਖਿਆ। ਠੀਕ ਹੈ ਨਾ, ਸਮਝ ਰਹੇ ਹੋ? ਰਿਲੀਫ ਕੈਟਾਗਰੀ ਮਤਲਬ 1650 ਰੁਪਏ ਪਰ ਪਰਸਨ ਪਰ ਮੰਥ ਦਿੱਤਾ ਜਾਂਦਾ ਉਹਨਾਂ ਨੂੰ, ਪਲੱਸ ਉਹਨਾਂ ਨੂੰ ਡਰਾਈ ਰਾਸ਼ਨ ਦਿੱਤਾ ਜਾਂਦਾ। ਉਹ 1650 ਰੁਪਏ 'ਚ ਕੀ ਕਰਨਗੇ? ਉਹਨਾਂ ਦੇ ਡਾਕੂਮੈਂਟਸ ਕਿੱਥੇ ਨੇ? ਉਹਨਾਂ ਦੇ ਸਰਟੀਫਿਕੇਟਸ ਕਿੱਥੇ ਨੇ? ਇਹ ਤਾਂ ਹੈ ਨਹੀਂ ਜਦੋਂ 1990 ਤੋਂ ਲੈ ਕੇ ਉਹਨਾਂ ਨੇ ਜਦੋਂ ਆਪਣਾ ਵਿਸਥਾਪਿਤ ਹੋਏ ਨੇ ਵਿਚਾਰੇ ਉਹ ਕਸ਼ਮੀਰੀ ਪੰਡਤ, ਉਹਨਾਂ ਦਾ ਦੁੱਖ ਦਰਦ ਕੌਣ ਸਮਝੇਗਾ? ਉਹ ਆਪਣੇ ਕਿਆ ਕਾਗਜ਼ ਲੈ ਕੇ ਭੱਜੇ ਸੀ ਨਾਲ? ਜਦੋਂ ਅਲਗਾਓਵਾਦੀਆਂ ਨੇ ਘੋਸ਼ਣਾ ਕਰਨੀ ਸ਼ੁਰੂ ਕਰਤੀ ਕਿ ਇਹਨਾਂ ਨੂੰ ਮਾਰ ਦਿਓ, ਸਭ ਤੋਂ ਪਹਿਲਾ ਨਿਊਜ਼ਪੇਪਰ ਸੀ ਉੱਥੇ ਉਰਦੂ ਅਖਬਾਰ ਦਾ ਅਲਤਾਫ ਦੇ ਨਾਂ ਤੇ, ਆਫਤਾਬ ਦੇ ਨਾਂ ਤੇ, ਉਹਦੇ ਵਿੱਚ ਆਰਟੀਕਲ ਇੱਕ ਉਹਨਾਂ ਨੇ ਲਗਾਇਆ ਅਲਗਾਓਵਾਦੀਆਂ ਨੇ, ਪਾਕਿਸਤਾਨ ਦੀ ਆਪਣਾ ਜਿਹੜੀ ਹੈਗੀ ਸੀਗੀ ਤਹਿਰੀਕ ਇਸਲਾਮ, ਉਹਨਾਂ ਨੇ ਇੱਕ ਆਰਟੀਕਲ ਛਾਪਿਆ ਕਿ ਹਿੰਦੂ ਪੰਡਤ ਜਿਹੜੇ ਨੇ ਕਸ਼ਮੀਰੀ ਪੰਡਤ ਇੱਥੋਂ ਜਗ੍ਹਾ ਛੱਡ ਕੇ ਨਿਕਲ ਜਾਣ, ਨਹੀਂ ਤਾਂ ਅਸੀਂ ਮਾਰ ਦੇਵਾਂਗੇ। ਉਹ ਆਰਟੀਕਲ ਉੱਥੇ ਦਾ ਲੋਕਲ ਨਿਊਜ਼ਪੇਪਰ ਛਾਪ ਰਿਹਾ। ਤੁਸੀਂ ਕਿਵੇਂ ਇਸ ਚੀਜ਼ ਨੂੰ ਸਥਾਪਿਤ ਕਰੋਗੇ, ਇਸ ਚੀਜ਼ ਨੂੰ ਮੰਨੋਗੇ ਕਿ ਤੁਸੀਂ ਕੋਈ ਸਥਾਪਿਤ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਕੋਈ ਪੁਨਰਵਾਸ ਕਰਨਾ ਚਾਹੁੰਦੇ ਹੋ? ਰੋਹਿਤ ਜੀ, ਮੇਰਾ ਇੱਕ ਸਵਾਲ ਇੱਥੇ ਪੈਦਾ ਹੋ ਰਿਹਾ ਜਿਹੜਾ ਬਹੁਤ ਗੰਭੀਰ ਵੀ ਹੈ ਕਿ ਮੇਰੀ ਕਈ ਕਸ਼ਮੀਰੀ ਪੰਡਤਾਂ ਨਾਲ ਗੱਲ ਵੀ ਹੋਈ ਸੀਗੀ, 2 ਦਿਨ ਪਹਿਲਾਂ ਹੀ ਹੋਈ ਸੀ। ਉਹ ਕਹਿੰਦੇ ਕੇਂਦਰ ਸਰਕਾਰ ਸਾਡੇ ਵਾਸਤੇ ਕੁਝ ਨਹੀਂ ਕਰ ਸਕਦੀ ਕਸ਼ਮੀਰ 'ਚ, ਜਿੰਨੇ ਦੇਰ ਤੱਕ ਉੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜੋ ਕਿ ਬਹੁ ਗਿਣਤੀ ਜਿਹੜਾ ਧਰਮ ਹੈ ਉਹਦੇ ਪ੍ਰਭਾਵਿਤ ਕੰਮ ਕਰ ਰਹੀਆਂ ਨੇ। ਕਿੰਨਾ ਕੁ ਵਜ਼ਨ ਮੰਨਦੇ ਹੋ ਕਿ ਸਵਾਲ? ਨਹੀਂ, ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਰੁਪਾਲ ਜੀ। ਦੇਖੋ,
ਕੇਂਦਰ ਸਰਕਾਰ ਨਹੀਂ ਉਹਨਾਂ ਦਾ ਕਹਿਣਾ ਕਿ ਜਿਹੜੀ ਉੱਥੇ ਦੀ ਸੂਬਾ ਸਰਕਾਰ ਨੇ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹੀ ਨਹੀਂ ਚਾਹੁੰਦੀਆਂ ਕਸ਼ਮੀਰੀ ਆਉਣ, ਕਿਉਂਕਿ ਉਹਨਾਂ ਦੀ ਸੋਚ ਹੈ ਜਿਹੜੀ ਇੱਕ ਧਰਮ ਨਾਲ ਬਹੁਮਤ ਨਾਲ ਖੜੀ। ਦੇਖੋ ਅਗਰ ਆਪਾਂ ਧਰਮ ਦੀ ਗੱਲ ਕਰ ਲਈਏ, ਇਹਨੂੰ ਹਰ ਮੁੱਦੇ ਜੋ ਨੂੰ ਮੈਂ ਸਾਡੇ ਦੇਸ਼ ਦੇ ਵਿੱਚ ਧਾਰਮਿਕ ਬਣਾਇਆ ਜਾਂਦਾ ਹੈ। ਨਹੀਂ ਜੋ ਮੈਨੂੰ ਉਹਨਾਂ ਤੋਂ ਸੁਣ ਮੈਂ ਮੰਨਦਾ ਇਸ ਚੀਜ਼ ਨੂੰ, ਲੇਕਿਨ ਦੇਖੋ ਜੋ ਧਾਰਮਿਕ ਮੁੱਦੇ ਨੂੰ ਆਪਾਂ ਹਰ ਵਾਰੀ ਚੁੱਕ ਲੈਂਦੇ ਆ ਜਨਤਾ ਦੁਆਰਾ ਜਾਂ ਫਿਰ ਕਿਉਂਕਿ ਦੇਖੋ ਇਹਦੇ 'ਚ ਇੱਕ ਸਵਾਲ ਹੈ। ਦੇਖੋ ਜਿਹੜੀ ਵਿਭਾਜਨ ਹੋਇਆ, ਵੰਡ ਹੋਈ, ਕਸ਼ਮੀਰ ਨੂੰ ਕੱਢਿਆ ਗਿਆ, ਉਹਦੇ ਪਿੱਛੇ ਇੱਕ ਕੱਟੜਪਨ ਸੀ। ਕੱਟੜਪਨ ਉਹ ਤਾਂ ਮੰਨਦੇ ਹੋ। ਦੇਖੋ ਗੱਲ ਸੁਣੋ, ਉਸ ਨੂੰ ਪਹਿਲਾਂ ਕਿਸੇ ਨੇ ਕੱਢਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਦੇਖੋ ਪਾਕਿਸਤਾਨ ਦਾ ਵਿਭਾਜਨ ਹੀ ਕੱਟੜਵਾਦ ਤੇ ਹੋਇਆ ਸੀ ਪਹਿਲੀ ਗੱਲ, ਆਪਾਂ ਉਹਨੂੰ ਜੁਟਲਾ ਨਹੀਂ ਸਕਦੇ। ਜੀ ਜੀ। ਪਾਕਿਸਤਾਨ ਨੇ ਕੀ ਕੀਤਾ, ਜਿਹੜੇ ਪੀਓਕੇ ਦਾ ਏਰੀਆ ਸੀ ਉੱਥੋਂ ਜਿੰਨੇ ਮੁਸਲਮਾਨ ਸੀਗੇ, ਕੱਟੜ ਮੁਸਲਮਾਨ, ਉਹਨਾਂ ਨੂੰ ਕਸ਼ਮੀਰ ਦੇ ਵਿੱਚ ਵਸਾਉਣਾ ਸ਼ੁਰੂ ਕਰਤਾ ਆਪਣੀ ਮੈਜੋਰਿਟੀ ਨੂੰ ਵਧਾਉਣ ਵਾਸਤੇ। ਬਿਲਕੁਲ 1947 ਦਾ ਸਰਵੇ ਇਹੀ ਕਹਿੰਦਾ। ਠੀਕ ਹੈ, ਉਹ ਮੈਜੋਰਿਟੀ ਨੂੰ ਵਧਾਉਣਾ ਸ਼ੁਰੂ ਕਰਤਾ ਅਗੇਂਸਟ ਹਿੰਦੂਇਜ਼ਮ। ਜੀ ਜੀ। ਕਿ ਸਾਡੀ ਮੈਜੋਰਿਟੀ ਜ਼ਿਆਦਾ ਹੈ ਪੀਓਕੇ ਤੋਂ, ਮੁਸਲਮਾਨ ਜ਼ਿਆਦਾ ਹੋ ਗਏ, ਹਿੰਦੂ ਉੱਥੇ ਮਿਨੋਰਿਟੀ ਜਾਣਾ ਸ਼ੁਰੂ ਹੋ ਗਏ। ਜਦੋਂ ਮਿਨੋਰਿਟੀ ਹੋਣਾ ਸ਼ੁਰੂ ਹੋ ਗਿਆ ਤੇ ਪਾਕਿਸਤਾਨ ਨੇ ਇੱਕ ਨਵੀਂ ਗੇਮ ਖੇਲੀ ਕਿ ਕਿਉਂ ਨਾ ਇੱਥੋਂ ਕਤਲੋਗਾਰਤ ਸ਼ੁਰੂ ਕਰ ਦਿੱਤੀ ਜਾਵੇ। ਉਹਨਾਂ ਨੇ ਉੱਥੇ ਲਗਾਤਾਰ ਹਿੰਦੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਨਾ ਸਾਡੀ ਬਿੱਲੀ ਸਾਨੂੰ ਮਿਆਉ, ਉਹ ਐਵੇਂ ਸ਼ੁਰੂ ਕੀਤਾ ਉਹਨਾਂ ਨੇ ਸਿਸਟਮ ਕਿ ਅੱਜ ਆਤੰਕਵਾਦ ਇਤਨਾ ਫੈਲ ਗਿਆ ਕਿ ਉਹ ਮੁਸਲਮਾਨਾਂ ਨੂੰ ਹੀ ਮਾਰ ਰਹੇ ਨੇ। ਜੀ ਠੀਕ ਹੈ ਨਾ। ਅਗਰ ਆਪਾਂ ਇਤਿਹਾਸ ਚੁੱਕ ਕੇ ਦੇਖੀਏ 1990 ਦੇ ਬਾਅਦ ਦਾ, ਪਿਛਲਾ ਨਹੀਂ 1990 ਦੇ ਬਾਅਦ ਦਾ, ਜਦੋਂ ਕਸ਼ਮੀਰੀ ਪੰਡਿਤ ਵਿਸਥਾਪਿਤ ਹੋਏ, ਉਸ ਤੋਂ ਬਾਅਦ ਡੋਗਰਾ ਹੋਇਆ, ਪਠਾਨਕੋਟ ਹੋਇਆ ਜੀ, ਜੰਮੂ ਦੇ ਵਿੱਚ ਗੁਰਦੁਆਰੇ ਦੇ ਬਾਹਰ 36 ਸਿੱਖਾਂ ਨੂੰ ਮਾਰ ਦਿੱਤਾ ਗਿਆ ਹੋਲਾ ਮਨਾਉਂਦੇ ਹੋਏ। ਤੇ ਆਪਾਂ ਇਹਨੂੰ ਇੱਕ ਧਰਮ ਨਾਲ ਨਹੀਂ ਜੋੜ ਕੇ ਦੇਖ ਸਕਦੇ ਕਿ ਸਿਰਫ ਹਿੰਦੂਇਜ਼ਮ, ਸਿੱਖ ਲੋਕ ਵੀ ਮਾਰੇ ਗਏ, ਸਿੱਖ ਭਰਾ ਵੀ ਸਾਡੇ ਉੱਤੇ ਬੜੇ ਸ਼ਹੀਦ ਹੋਏ। ਲੋਕਲ ਗੌਰਮੈਂਟਸ ਦੀ ਅਗਰ ਆਪਾਂ ਗੱਲ ਕਰੀਏ ਕਿ ਉਹ ਨਹੀਂ ਚਾਹੁੰਦੀ, ਕਿਉਂਕਿ ਲੋਕਲ ਗੌਰਮੈਂਟ ਦੀ ਅਗਰ ਗੱਲ ਕਰੀਏ ਤਾਂ ਉਹ ਅਲਗਾਵਵਾਦੀ ਗੌਰਮੈਂਟ ਨੇ। ਜੀ ਜੀ। ਉਹ ਸਭ ਤੋਂ ਪਹਿਲੇ ਬੀਜੇਪੀ ਗੌਰਮੈਂਟ ਨੂੰ ਵੋਟ ਬੈਂਕ ਦੀ ਰਾਜਨੀਤੀ ਨਾ ਕਰਦੇ ਹੋਏ ਸੋਚਣਾ ਚਾਹੀਦਾ ਸੀ ਕਿ ਜਾਂ ਤਾਂ ਅਸੀਂ ਵੱਖਰੇ ਇਲੈਕਸ਼ਨ ਲੜੀਏ। ਅਸੀਂ ਪੀਡੀਪੀ ਨਾਲ ਗਲਤੀ ਸੀ, ਪੀਡੀਪੀ ਦਾ ਬਹੁਤ ਬੜੀ ਗਲਤੀ ਸੀ ਪੀਡੀਪੀ ਦੇ ਨਾਲ। ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਇੱਥੇ ਦੇ ਹੀ ਲੋਕ ਸਾਡੇ ਖਿਲਾਫ ਉੱਠਣਾ ਸ਼ੁਰੂ ਹੋ ਗਏ, ਉਹਨਾਂ ਨੇ ਸਰਕਾਰ ਨੂੰ ਆਪਣਾ ਹੱਥ ਪਿੱਛੇ ਖਿੱਚ ਲਿਆ, ਸਰਕਾਰ ਗਿਰ ਗਈ। ਅੱਜ ਉਹ ਨਜ਼ਰਬੰਦ ਨੇ ਸਾਰੇ। ਵਾਏ ਮਤਲਬ ਸਰਕਾਰ ਜਨਤਾ ਦੇ ਨਾਲ ਧੋਖਾਧੜੀ ਹਮੇਸ਼ਾ ਕਿਉਂ ਕਰਦੀ ਹੈ, ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਪਹਿਲੇ ਹੀ ਆਪਣੀਆਂ ਬੱਚੀਆਂ ਨੂੰ ਗਵਾ ਚੁੱਕੇ ਨੇ, ਆਪਣੇ ਮਾਤਾ ਪਿਤਾ ਨੂੰ ਗਵਾ ਚੁੱਕੇ ਨੇ, ਆਪਣੀਆਂ ਭੈਣਾਂ ਗਵਾ ਚੁੱਕੇ ਨੇ, ਉਹਨਾਂ ਕੋਲ ਕੋਈ ਪ੍ਰਾਪਰਟੀਆਂ ਨਹੀਂ ਹੈਗੀਆਂ, ਉਹ ਧੱਕੇ ਖਾ ਰਹੇ ਨੇ। ਕਰੋੜਾਂ ਦੇ ਲੋਕ ਸੀਗੇ, ਉਹ ਅੱਜ ਛੋਟੇ ਛੋਟੇ ਕਮਰਿਆਂ ਦੇ ਵਿੱਚ ਰਹਿਣ ਨੂੰ ਉਹ ਮਜਬੂਰ ਨੇ। ਤੇ ਸਵਾਲ ਤਾਂ ਫਿਰ ਉੱਥੇ ਦਾ ਉੱਥੇ ਖੜੇ ਨਾ, ਕਿਉਂਕਿ ਜਿਹੜੀਆਂ ਕੱਲ ਨੂੰ ਇਲੈਕਸ਼ਨ ਹੋ ਜਾਂਦੀ ਹੈ, ਫਿਰ ਕੋਈ ਨਾ ਕੋਈ, ਕਿਉਂਕਿ ਸੂਬਾ ਇੱਕ ਮਿੰਟ ਗੱਲ ਸੁਣੋ, ਜਿਹੜੀ ਵੀ ਕੇਂਦਰ ਸਰਕਾਰ ਬਣੂ, ਕੇਂਦਰ ਸਰਕਾਰ ਬਣਦੀ ਹੈ ਉਹ ਵੱਖਰੀ ਗੱਲ ਹੈ, ਪਰੰਤੂ ਉੱਥੇ ਜਿਹੜੀ ਸਰਕਾਰ ਬਣੂਗੀ ਉਹ ਇਹਨਾਂ ਕੱਟੜਵਾਦੀਆਂ ਤੋਂ ਬਾਹਰ ਸਰਕਾਰ ਨਹੀਂ ਬਣਦੀ। ਜਿਹੜਾ ਸਿਨੈਰੀਓ ਅੱਜ ਵੀ ਹੈ ਉਹਦੇ 'ਚ ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਉਹ ਹਿੰਦੂਆਂ ਨੂੰ ਦੁਬਾਰਾ ਉੱਥੇ ਬਸਣ ਦੇਣਗੇ? ਦੇਖੋ ਇਹਦੇ ਕਿਉਂਕਿ ਉਹਨਾਂ ਦਾ ਹਮੇਸ਼ਾ ਇੱਕ ਏਜੰਡਾ ਰਿਹਾ ਸੀ, ਜਿਵੇਂ ਕਿ ਆਮ ਵੀ ਸੁਣਨ ਨੂੰ ਮਿਲਦਾ, ਪੀਡੀਪੀ ਦੀ ਰੈਲੀ ਹੋਵੇ ਚਾਹੇ ਆਪਣੇ ਐਨਸੀਪੀ ਦੀ ਰੈਲੀ ਹੋਵੇ, ਕਿ ਮੁਸਲਿਮ। ਦੇਖੋ ਅੱਜ ਦੀ ਅਗਰ ਕੇਂਦਰ ਸ਼ਾਸਿਤ ਬੀਜੇਪੀ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਹੁਣ ਜੰਮੂ ਐਂਡ ਕਸ਼ਮੀਰ ਅਲੱਗ ਸਟੇਟ ਨਹੀਂ ਹੈ ਕੋਈ, ਉਹ ਕੇਂਦਰ ਸ਼ਾਸਿਤ ਹੈ। ਬਿਲਕੁਲ ਜੀ, ਠੀਕ ਹੈ। ਤੇ ਇਹਦੀਆਂ ਦੋ ਚੀਜ਼ਾਂ ਨੇ, ਪਹਿਲੀ ਉੱਥੇ ਕੇਂਦਰ ਸਰਕਾਰ ਨੂੰ ਹੀ ਆਪਣਾ ਦਬਦਬਾ ਬਣਾ ਕੇ ਰੱਖਣਾ ਪਏਗਾ ਕਸ਼ਮੀਰੀ ਪੰਡਤਾਂ ਨੂੰ ਪੁਨਰਵਾਸ ਵਾਸਤੇ। ਦੂਸਰੀ ਗੱਲ, ਉੱਥੇ ਦੀ ਲੋਕਲ ਗਵਰਨਮੈਂਟਸ ਜਿਹੜੀਆਂ ਵੀ ਨੇ, ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਆ ਉਹ, ਤੇ ਡੈਫੀਨਿਟਲੀ ਕੇਂਦਰ ਦੇ ਅੰਡਰ ਹੀ ਉਹ ਕੰਮ ਕਰਨਗੀਆਂ। ਸਮਝ ਰਹੇ ਹੋ ਨਾ। ਤੇ ਕੇਂਦਰ ਹੀ ਬੀਜੇਪੀ ਦੀ ਸਰਕਾਰ ਹੀ ਜਦੋਂ 2014 ਦੇ ਵਿੱਚ ਆਈ ਸੀ, ਇਹਨਾਂ ਦਾ ਪਹਿਲਾ ਨਾਰਾ ਇਹੀ ਸੀ ਕਿ 370-35 ਅਸੀਂ ਹਟਾਵਾਂਗੇ, ਕਸ਼ਮੀਰੀ ਪੰਡਤਾਂ ਨੂੰ ਉਹਨਾਂ ਦਾ ਹੱਕ ਦਿਲਾਵਾਂਗੇ। 370 ਹਟੇ ਨੂੰ ਅੱਜ 1-2 ਸਾਲ ਹੋ ਗਏ, 35 ਹਟ ਗਈ। ਕਿਆ ਤੁਸੀਂ ਕਿਸੇ ਕਸ਼ਮੀਰੀ ਪੰਡਤ ਨੂੰ ਆਪਣੇ ਅਲੱਗ-ਅਲੱਗ ਸਟੇਟਸ ਦੇ ਵਿੱਚ ਦੇਸ਼ ਦੇ ਨੌਕਰੀਆਂ ਦਿੱਤੀਆਂ? ਕਿਆ ਕਸ਼ਮੀਰੀ ਪੰਡਤਾਂ ਵਾਸਤੇ ਅੱਜ ਰਿਲੀਫ ਫੰਡ ਜਾਂਦੇ ਨੇ, ਕਿਆ ਉਹਨਾਂ ਨੂੰ ਨੌਕਰੀ ਦੇਣ ਬਾਰੇ ਨਹੀਂ ਸੋਚਿਆ ਜਾ ਸਕਦਾ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਵੱਧ ਕੇ ਕੀ ਕਰਨਗੇ? ਲੋਕਲ ਗਵਰਨਮੈਂਟਸ ਦੀ ਗੱਲ ਕਰ ਦਿੰਦੇ ਆ, ਪੋਲੀਟੀਕਲ ਪਾਰਟੀਆਂ ਜਿਹੜੀ ਉੱਥੇ ਨੇ ਉਹਨਾਂ ਨੂੰ ਤੇ ਛੱਡ ਦਿਓ, ਕਿਉਂਕਿ ਉਹ ਤਾਂ ਹੈ ਹੀ ਕੱਟੜ ਮੁਸਲਮਾਨ, ਉਹ ਮੁਸਲਵਾਦ ਹੀ ਬਾਤ ਕਰਨਗੀਆਂ, ਉਹ ਬਾਹਰ ਦੀ ਗੱਲ ਨਹੀਂ ਕਰਨਗੀਆਂ। ਇਸ ਚੀਜ਼ ਨੂੰ ਤਾਂ ਭੁੱਲ ਜਾਓ ਕਿ ਉਹ ਕਸ਼ਮੀਰੀ ਪੰਡਤਾਂ ਨੂੰ ਦੁਬਾਰਾ ਪੁਨਰਵਾਸ ਦੇ ਵਿੱਚ ਕੋਈ ਸਹਿਯੋਗ ਕਰਨਗੀਆਂ। ਇਹ ਕੇਂਦਰ ਨੂੰ ਹੀ ਕਰਨਾ ਪਏਗਾ। ਕਸ਼ਮੀਰੀਆਂ ਤੇ ਅਤਿਆਚਾਰ ਹੁੰਦਾ ਰਿਹਾ, ਇਹਦੇ ਵਾਸਤੇ ਸੂਬਾ ਸਰਕਾਰ ਵੀ ਉਨੀ ਜ਼ਿੰਮੇਵਾਰ ਹੈ ਜਿੰਨੀ ਕਿ ਕੇਂਦਰ ਸਰਕਾਰ। ਸਵਾਲ ਦਾ ਸਿਲਸਿਲਾ ਅੱਗੇ ਵਧਦੇ ਹੋਏ ਆਪਾਂ ਗੱਲ ਕਰਦੇ ਹਾਂ ਕਿ
ਜਦੋਂ ਦੋਨਾਂ ਦਾ ਕੇਂਦਰ ਸਰਕਾਰ ਦਾ ਰਵੱਈਆ ਵੀ ਉਵੇਂ ਹੈ, ਸੂਬਾ ਸਰਕਾਰਾਂ ਦਾ ਵੀ ਰਵੱਈਆ ਉਵੇਂ ਹੈ, ਕੀ ਉਹ ਲੋਕ ਸੁਰੱਖਿਅਤ ਹੋ ਸਕਣਗੇ? ਦੇਖੋ, ਅਗਰ ਸਰਕਾਰਾਂ ਦੇ ਰਵੱਈਏ ਦੀ ਗੱਲ ਕੀਤੀ ਜਾਵੇ ਤੇ ਇਹ ਮੈਂ ਪਹਿਲੇ ਵੀ ਦੱਸ ਕੇ ਹਟਿਆ ਤੁਹਾਨੂੰ ਕਿ ਸਰਕਾਰ ਦਾ ਰਵੱਈਆ ਹਮੇਸ਼ਾ ਹੀ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਚੁਣਾਵੀ ਮੁੱਦਾ ਰਿਹਾ ਹੈ। ਬੀਜੇਪੀ ਦਾ ਚੁਣਾਵੀ ਜੁਮਲਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਨਹੀਂ ਹੈਗਾ। ਕਸ਼ਮੀਰੀ ਪੰਡਤਾਂ ਨੂੰ ਤੁਸੀਂ ਜਾ ਕੇ ਇੱਕ ਵਾਰੀ ਵੇਖੋ, ਉਹ ਵਿਚਾਰੇ ਅੱਜ ਭੀਖ ਮੰਗਣ ਤੇ ਮਜਬੂਰ ਨੇ। ਛੋਟੇ ਛੋਟੇ ਘਰਾਂ ਦੇ ਵਿੱਚ, ਛੋਟੇ ਛੋਟੇ ਕਮਰਿਆਂ ਦੇ ਵਿੱਚ 8-8 10-10 ਲੋਕ ਰਹਿ ਰਹੇ ਨੇ। ਉਹਨੂੰ ਤੁਸੀਂ ਕਿਵੇਂ ਪੁਨਰਵਾਸ ਦੇ ਵਿੱਚ ਉਹਨਾਂ ਨੂੰ ਲੈ ਕੇ ਆਓਗੇ, ਕਿਵੇਂ ਉਹਨਾਂ ਦਾ ਦੁਬਾਰਾ ਸਥਾਪਿਤ ਕਰੋਗੇ ਕਸ਼ਮੀਰ ਦੇ ਵਿੱਚ? ਇਹ ਸਿਰਫ ਇੱਕ ਮੁੱਦਾ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਨਾ ਤੇ ਕੋਈ ਕੇਂਦਰ ਸਰਕਾਰ ਕੁਝ ਕਰ ਸਕਦੀ ਹੈ, ਨਾ ਉਹ ਕਰੇਗੀ। ਉਹ ਬਿਲਕੁਲ ਕੁਝ ਨਹੀਂ ਕਰੇਗੀ। ਕਿਉਂ ਨਹੀਂ ਕਰਨਾ ਚਾਹੁੰਦੇ? ਉਹਦਾ ਰੀਜ਼ਨ ਹੀ ਹੈ ਕਿ ਤੁਸੀਂ ਸਭ ਤੋਂ ਪਹਿਲੇ ਉਹਨਾਂ ਦਾ ਡਾਟਾ ਹੀ ਨਹੀਂ ਕਲੈਕਟ ਕਰ ਪਾਏ ਅੱਜ ਤੱਕ ਕਸ਼ਮੀਰੀ ਪੰਡਤਾਂ ਦਾ। ਕਿਉਂ ਕਿਤਨੇ ਕਸ਼ਮੀਰੀ ਪੰਡਤ, ਨਾਰਮਲੀ ਡਾਟਾ 3.5 ਤੋਂ 4 ਲੱਖ ਦਾ ਹੈ ਜੀ, ਲੇਕਿਨ ਉਹ ਦੇਸ਼ ਦੇ ਕਿੱਥੇ ਕਿੱਥੇ ਰਹਿ ਰਹੇ ਨੇ ਕੋਈ ਡਾਟਾ ਨਹੀਂ ਹੈਗਾ। ਕਿਤਨੇ ਕਤਲ ਹੋ ਚੁੱਕੇ ਨੇ, ਕੋਈ ਅਯੋਗ ਨਹੀਂ ਬਣਿਆ ਹੋਇਆ। 30 ਸਾਲ ਅੱਜ ਹੋ ਗਏ ਨੇ। ਕਸ਼ਮੀਰੀ ਪੰਡਤਾਂ ਦੀ ਮੈਂ ਫਿਰ ਗੱਲ ਕਵਾਂਗਾ, ਕਸ਼ਮੀਰੀ ਪੰਡਤਾਂ ਦੀਆਂ ਚੀਖਾਂ ਇਹਨਾਂ ਦੀਆਂ ਕੰਨਾਂ ਤੱਕ ਨਹੀਂ ਪਹੁੰਚੀਆਂ। ਉਹਨਾਂ ਬੱਚੀਆਂ ਦੇ ਰੇਪ ਹੋਏ ਨੇ, ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ। ਉਹਨਾਂ ਦੇ ਦਰਵਾਜ਼ਿਆਂ ਦੇ ਬਾਹਰ ਮੁਸਲਮਾਨਾਂ ਦੁਆਰਾ ਲਿਖਦੇ ਸੀਗੇ ਕਿ ਤੁਸੀਂ ਘਰ ਛੱਡ ਕੇ ਚਲੇ ਜਾਓ। ਕਿਉਂ ਉੱਥੇ ਆਰਮੀ ਨੇ ਕੋਈ ਵੀ ਕਦਮ ਨਹੀਂ ਚੁੱਕਿਆ? ਕਿਉਂਕਿ ਸਾਡੀ ਆਰਮੀ ਤਾਂ ਬਹੁਤ ਪਹਿਲੇ ਦੀ ਉੱਥੇ ਹੈ। ਜੀ ਤੇ ਉਹ ਕਿਉਂ ਨਹੀਂ ਉਹਦੇ ਕਦਮ ਚੁੱਕਿਆ ਗਿਆ? ਇਹ ਸਿਰਫ ਇੱਕ ਕਸ਼ਮੀਰੀ ਪੰਡਤ ਜਿਹੜੇ ਨੇ ਇੱਕ ਮੁੱਦਾ ਨੇ। ਜਦੋਂ ਹਰ 5 ਸਾਲ ਬਾਅਦ ਇਹਨੂੰ ਚੁੱਕਦੇ ਨੇ, ਕੋਈ 2-4 5,000 10,000 ਵੋਟ ਮਿਲਦਾ ਹਿੰਦੂਇਜ਼ਮ ਦੇ ਨਾਮ ਤੇ, ਵੋਟ ਲੈਂਦੇ ਨੇ, ਸ਼ਾਂਤ ਹੋ ਜਾਂਦੇ ਨੇ। ਤੁਸੀਂ ਮੈਨੂੰ ਇਹ ਚੀਜ਼ ਦੱਸੋ, ਕਸ਼ਮੀਰੀ ਪੰਡਤ ਇੱਕ ਪਾਸੇ ਰੱਖ ਦਿਓ, 370-35 ਇਹਦਾ ਸਾਡੇ ਦੇਸ਼ ਨੂੰ ਫਾਇਦਾ ਕੀ ਹੋਇਆ? ਅੱਜ ਜਿਹੜਾ ਮੁੱਖ ਧਾਰਾ ਦਾ ਮੀਡੀਆ ਹੈ ਉਹ ਕਸ਼ਮੀਰੀ ਪੰਡਤਾਂ ਨੂੰ ਭੁੱਲ ਚੁੱਕਿਆ। ਉਹਨਾਂ ਨੂੰ ਯਾਦ ਕਿਦੋਂ ਆਉਂਦੀ ਕਸ਼ਮੀਰੀ ਪੰਡਤਾਂ ਦੀ? ਜਦੋਂ ਇਲੈਕਸ਼ਨ ਆਉਂਦਾ ਹੈ, ਚੁਣਾਵ ਆਉਂਦਾ ਹੈ, ਉਸ ਟਾਈਮ ਤੇ ਉਹਨਾਂ ਨੂੰ ਕਸ਼ਮੀਰੀ ਪੰਡਤ ਯਾਦ ਆਉਂਦੇ ਨੇ। ਉਹ ਉਹਨਾਂ ਦੇ ਘਰਾਂ 'ਚ ਜਾਂਦੇ ਨੇ, ਉਹਨਾਂ ਦੇ ਇੰਟਰਵਿਊਜ਼ ਕਰਦੇ ਨੇ। ਇੰਟਰਵਿਊ ਕਰਕੇ ਉਹਨਾਂ ਤੋਂ ਕਦੀ ਸਰਕਾਰ ਤੋਂ ਸਵਾਲ ਨਹੀਂ ਪੁੱਛਿਆ ਗਿਆ ਕਿ ਬੀਜੇਪੀ ਤੋਂ ਜਾਂ ਕਾਂਗਰਸ ਤੋਂ ਕਿ ਤੁਸੀਂ ਇਹਨਾਂ ਨੂੰ ਕਿਵੇਂ ਰੱਖੋਗੇ। ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਇਹਨਾਂ ਨੂੰ ਕਿਵੇਂ ਕਰੀਏ। ਇਹਨਾਂ ਦਾ ਕੁਝ ਹੋ ਹੀ ਨਹੀਂ ਸਕਦਾ। ਜੋ ਉਹਨਾਂ ਨੂੰ ਦੇ ਦਿੱਤਾ ਗਿਆ ਉਹ ਉਹਦੇ 'ਚ ਹੀ ਰਹਿਣਗੇ। ਦੇਖੋ, ਚਾਹੇ ਆਪਾਂ ਦੂਜੇ ਸੂਬਿਆਂ ਦੀ, ਹਿੰਦੁਸਤਾਨ ਦੇ ਸੂਬਿਆਂ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਹਰ ਇੱਕ ਵਰਗ, ਹਰ ਹਿੰਦੁਸਤਾਨੀ ਕਿਸੇ ਨਾ ਕਿਸੇ ਜ਼ੁਲਮ ਦਾ ਸ਼ਿਕਾਰ ਹੈਗਾ। ਪਰ ਕੇਂਦਰ ਸਰਕਾਰ ਦੀਆਂ ਬਦਨੀਤੀਆਂ ਕਰਕੇ ਸਾਨੂੰ ਬਹੁਤ ਸੰਤਾਪ ਵੰਡਾਉਣਾ ਪਿਆ। ਪੰਜਾਬ 'ਚ 1984 ਦੇ ਸਿੱਖ ਦੰਗੇ ਲੈ ਲਓ, ਖਾਲਿਸਤਾਨ ਦੀ ਮੂਵਮੈਂਟ ਵੇਲੇ ਲੈ ਲਓ, ਨਕਸਲਾਈਟ ਮੂਵਮੈਂਟ ਵੇਲੇ, ਉਹਦੇ ਨਾਂ ਤੇ ਹੀ ਨਿਰਦੋਸ਼ਾਂ ਨੂੰ ਕਤਲ ਕੀਤਾ ਜਾਂਦਾ ਹੈ। ਉਹਨਾਂ ਦੀ ਆਵਾਜ਼ ਅੱਜ ਉਵੇਂ ਹੀ ਖੜੀ ਹੈ, ਚਾਹੇ ਡਿਮਾਂਡ ਲੋਕਾਂ ਦੀ ਸੇਮ ਹੀ ਹੈ। ਹਰੇਕ ਜਗ੍ਹਾ ਤੇ ਇਹੀ ਸੁਰੱਖਿਆ ਭਲੀ ਜਾਂਦੀ ਹੈ। ਇਹ ਚੀਜ਼ ਨੂੰ ਤੁਸੀਂ ਕਿਸ ਐਂਗਲ ਨਾਲ ਦੇਖ ਰਹੇ ਹੋ, ਇਹਨਾਂ ਨੂੰ ਇਸ ਮੁੱਦੇ ਨਾਲ ਜੋੜ ਕੇ? ਅਗਰ ਕਸ਼ਮੀਰੀ ਪੰਡਤਾਂ ਨੂੰ ਇਸ ਮੁੱਦੇ ਨਾਲ ਜੋੜਿਆ ਜਾਵੇ, ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਹੈ। ਠੀਕ ਹੈ, ਹਾਹਾਕਾਰ ਕਿਉਂ ਹੈ? ਇਹ ਇੱਕ ਸ਼ਗੂਫਾ ਜਿਹਾ ਛੱਡ ਦਿੰਦੇ ਨੇ ਕੁਝ ਸਾਲ ਕੇ ਬਾਅਦ, 6 ਮਹੀਨੇ ਬਾਅਦ। GST, ਨੋਟਬੰਦੀ, CAA, NRC, NPR, ਇਹ ਮੁੱਦਿਆਂ ਦਾ ਦੇਸ਼ ਦੇ ਮੁੱਦਿਆਂ ਨਾਲ ਕੋਈ ਮਤਲਬ ਨਹੀਂ ਹੈ। ਕੋਈ ਸਰੋਕਾਰ ਨਹੀਂ ਜਨਤਾ ਨੂੰ ਇਹਨਾਂ ਚੀਜ਼ਾਂ ਨਾਲ। ਨਾ ਕੋਈ CAA ਦਾ ਵਿਰੋਧ ਕਰੇ, ਨਾ ਕੋਈ NPR ਦਾ ਵਿਰੋਧ ਕਰੇ, ਨਾ ਕੋਈ NRC ਦਾ ਵਿਰੋਧ ਕਰੇ। ਵਿਰੋਧ ਕਿਸ ਚੀਜ਼ ਦਾ? ਕਿ ਜਿਹੜੇ ਸਾਡੇ ਮੂਲਭੂਤ ਮੁੱਦੇ ਹੈਗੇ ਨੇ ਉਹਨਾਂ ਨੂੰ ਨਹੀਂ ਚੁੱਕਿਆ ਜਾ ਰਿਹਾ। ਅੱਜ ਸਿੱਖਿਆ ਦੀ ਕਮੀ ਹੈ। ਸਾਡੇ ਬੱਚੇ ਸੜਕਾਂ ਤੇ ਨਿਕਲਦੇ ਨੇ, ਅਸੀਂ ਸੜਕਾਂ ਤੇ ਨਿਕਲਦੇ ਹਾਂ। ਬੇਕਾਰੀ ਬੱਚੇ ਦੇਖੋ ਤੁਸੀਂ, ਉਹ ਦੇਸ਼ ਦਾ ਭਵਿੱਖ ਨੇ। ਉਹਨਾਂ ਬਾਰੇ ਕੋਈ ਸਵਾਲ ਨਹੀਂ ਹੈਗਾ। ਰੇਪ ਹੋ ਰਹੇ ਨੇ, ਹਰ 15 ਮਿੰਟ ਦੇ ਵਿੱਚ ਦੇਸ਼ ਦੇ ਵਿੱਚ ਰੇਪ ਹੋ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਕਿਸੇ ਦਾ ਰੇਪ ਹੋ ਰਿਹਾ ਜੀ। ਕਤਲੋਗਾਰਤ ਵਧੀ ਹੋਈ ਹੈ। ਬੇਰੋਜ਼ਗਾਰੀ 45-50 ਸਾਲ ਦੀ ਸਭ ਤੋਂ ਨਿਚਲੀ ਸਤਰ ਤੇ ਹੈ। ਬਿਲਕੁਲ ਠੀਕ ਹੈ। ਪੰਜਾਬ ਦਾ ਨੌਜਵਾਨ ਅੱਜ ਨਸ਼ਿਆਂ ਦੀ ਲੱਤ ਦੇ ਵਿੱਚ ਲੱਗਿਆ ਹੋਇਆ ਹੈ ਜਾਂ ਫਿਰ ਦੇਸ਼ ਨੂੰ ਛੱਡ ਕੇ ਬਾਹਰ ਜਾਣਾ ਚਾਹੁੰਦਾ ਹੈ। ਕਿਉਂ? ਇਹ ਸਵਾਲ ਸਭ ਤੋਂ ਪਹਿਲੇ ਚੁੱਕਣਾ ਚਾਹੀਦਾ ਹੈ ਸਾਡੇ ਮੀਡੀਆ ਦੁਆਰਾ ਵੀ, ਔਰ ਸਰਕਾਰ ਨੂੰ ਖੁਦ ਵੀ ਸੋਚਣਾ ਚਾਹੀਦਾ ਹੈ। ਲੇਕਿਨ ਸਰਕਾਰ, ਸਾਡੀ ਮੋਦੀ ਸਰਕਾਰ ਨੇ ਤਾਂ ਇੱਕ ਅਣਖ ਬਣਾ ਲਈ ਕਿ ਨਹੀਂ, ਜੋ ਮੈਂ ਕਹਿਤਾ ਉਹ ਕਰਨਾ ਹੈ। ਪਹਿਲੇ ਜਿਹੜੇ ਮੂਲਭੂਤ ਮੁੱਦੇ ਹੈਗੇ ਨੇ ਸਾਡੇ ਦੇਸ਼ ਦੇ, ਨੌਜਵਾਨਾਂ ਨੂੰ ਨੌਕਰੀ ਦਿਓ ਜਿਹਦੀ ਵਜ੍ਹਾ ਤੋਂ ਕ੍ਰਾਈਮ ਰੁਕ ਜਾਏਗਾ। ਸੁਰੱਖਿਆ, ਮਹਿਲਾ ਸੁਰੱਖਿਆ ਦਾ ਕਾਨੂੰਨ ਹੈ ਉਹ ਅੱਛੇ ਪੱਧਰ ਤੇ ਲਾਗੂ ਕਰੋ। ਠੀਕ ਹੈ। ਨਸ਼ਾ ਮੁਕਤੀ ਕੇਂਦਰ ਬਣਾ ਦਿੱਤੇ ਜਾਂਦੇ ਨੇ, ਲੇਕਿਨ ਇੱਕ ਨਸ਼ਾ ਛੁਡਾਉਣ ਵਾਸਤੇ ਦੂਸਰਾ ਨਸ਼ਾ ਤੇ ਲਾ ਦਿੱਤਾ ਜਾਂਦਾ। ਇਹ ਵੀ ਸੱਚਾਈ ਹੈ। ਤੇ ਕਸ਼ਮੀਰੀ ਪੰਡਤ, ਜਦੋਂ ਸਾਡੇ ਇਸ ਦੇਸ਼ ਦੇ ਵਿੱਚ, ਅਸੀਂ ਕਸ਼ਮੀਰ ਨੂੰ ਅਜੇ ਅਲੱਗ ਕਰੀਏ, ਸਾਡੇ ਦੇਸ਼ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਵਾਸਤੇ ਨੌਕਰੀ ਹੈ ਨਹੀਂ, ਤੇ ਕਸ਼ਮੀਰੀ ਪੰਡਤ ਜਿਹੜੇ ਵਿਸਥਾਪਿਤ ਹੋ ਕੇ ਆਏ ਨੇ, ਜਿਨ੍ਹਾਂ ਕੋਲ ਕਾਗਜ਼ ਹੈ ਨਹੀਂ, ਡਾਕੂਮੈਂਟ ਹੈ ਨਹੀਂ, ਕੋਈ ਆਪਣੇ ਸਰਟੀਫਿਕੇਟਸ ਹੈ ਨਹੀਂ, ਐਜੂਕੇਸ਼ਨ, ਉਹਨਾਂ ਨੂੰ ਨੌਕਰੀ ਕਿਵੇਂ ਮਿਲ ਜਾਏਗੀ?
ਤੇ ਰੋਹਿਤ ਜੀ ਇੱਕ ਗੰਭੀਰ ਚੀਜ਼ ਆਉਂਦੀ ਹੈ ਕਿ ਜਦੋਂ ਵੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਧਰਮ ਦੀ ਕੱਟੜਤਾ ਨੂੰ ਹਰ ਮੁੱਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਨੇ, ਇਹ ਸਾਜ਼ਿਸ਼ਾਂ ਨੂੰ ਪਿੱਛੇ ਕੀ ਮੰਨਿਆ ਜਾ ਸਕਦਾ ਹੈ? ਕਿਵੇਂ ਦੇਖੋ, ਗੱਲ ਸੁਣੋ, ਜਿਵੇਂ ਕਿ 1990 ਦੀ ਘਟਨਾ ਸੀ, ਉਹ ਵੀ ਇੱਕ ਸਾਜ਼ਿਸ਼ ਦੇ ਤਹਿਤ ਸੀਗੀ, ਤੇ 1984 ਦੇ ਸਿੱਖ ਦੰਗੇ ਵੀ ਉਸ ਚੀਜ਼ ਨੂੰ ਲੈ ਕੇ ਸੀਗੇ, ਗੁਜਰਾਤ ਦੇ ਉਹ ਵੀ ਦੰਗੇ ਇਸ ਚੀਜ਼ ਨੂੰ ਲੈ ਕੇ ਸੀਗੇ। ਇਹ ਆਖਰ ਹੋ ਕਿਉਂ ਰਿਹਾ? ਇਹ ਸਾਜ਼ਿਸ਼ਾਂ ਦੇ ਪਿੱਛੇ ਕੀ ਛੁਪਿਆ ਹੋਇਆ? ਦੇਖੋ ਰੂਪਾਲ ਜੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਕਰਨਾ ਚਾਹੁੰਦਾ ਹਾਂ, ਬਲਕਿ ਅੱਛਾ ਮੰਚ ਰੱਖਿਆ ਤੁਸੀਂ ਕਿ ਇਸ ਮੁੱਦੇ ਤੇ ਗੱਲ ਕੀਤੀ ਜਾਵੇ। ਜਿਹੜੀ ਸਾਡੀ ਪੋਲੀਟੀਕਲ ਪਾਰਟੀਆਂ ਨੇ ਨਾ, ਦੇ ਆਰ ਕਰਪਟਸ, ਬਿਊਰੋਕਰੇਟਸ ਨੇ, ਕਰਪਟ ਨੇ। ਕੋਈ ਛੋਟਾ ਜਿਹਾ ਕੰਮ ਕਿਸੇ ਸਰਕਾਰੀ ਮਹਿਕਮੇ ਤੋਂ ਲੈਣਾ ਹੋਵੇ ਤੇ ਬਹੁਤ ਈਜ਼ੀਲੀ ਉੱਥੇ ਰਿਸ਼ਵਤ ਦੇ ਕੇ ਤੁਸੀਂ ਕਰਾ ਸਕਦੇ ਹੋ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ। ਟੰਕੇ ਦੀ ਚੋਟ ਤੇ ਕਹਿ ਰਿਹਾ ਮੈਂ। ਦੂਸਰੀ ਗੱਲ, ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਸਾਨੂੰ ਪਿਆਰ ਨਾਲ ਰਹਿਣ ਹੀ ਨਹੀਂ ਦੇਣਾ ਚਾਹੁੰਦੀਆਂ। 1990 ਦਾ ਮੈਟਰ ਹੋਇਆ, 1984 ਦਾ ਮੈਟਰ ਹੋਇਆ, 71 ਹੋਇਆ ਜਾਂ 47 ਜਾਂ 48 ਹੋਇਆ, ਹਰ ਮੁੱਦਾ ਧਾਰਮਿਕ ਹੀ ਜੁੜਿਆ ਹੋਇਆ ਸੀ ਜੀ। ਅੱਜ ਦੀ ਡੇਟ ਦੇ ਵਿੱਚ ਤੁਸੀਂ YouTube ਚੈਨਲ ਖੋਲ ਲਓ, 6 ਸਾਲ ਹੋ ਗਏ ਮੋਦੀ ਸਰਕਾਰ ਨੂੰ, ਮੌਬ ਲਿੰਚਿੰਗ ਸਿਰਫ ਟਾਵਾਂ ਸੀ। ਕਿਤੇ ਕਿਸੇ ਨੂੰ ਫੜ ਲਿਆ, ਗਾਇ ਦੇ ਨਾਂ ਤੇ ਮਾਰਤਾ, ਕਿਸੇ ਨੇ ਕੁੱਤੇ ਦੇ ਨਾਂ ਤੇ ਮਾਰਤਾ, ਕਿਸੇ ਨੇ ਬਿੱਲੀ ਦੇ ਨਾਂ ਤੇ ਮਾਰਤਾ। ਮੋਦੀ ਸਰਕਾਰ ਹਮੇਸ਼ਾ ਚੁੱਪ ਰਹੀ। ਇੱਕ ਜੁਮਲਾ ਇਹ ਛੱਡ ਦਿੰਦੇ ਸੀ ਆ ਕੇ, ਐਸਾ ਨਹੀਂ ਹੋਣਾ ਚਾਹੀਏ, ਠੀਕ ਹੈ ਜੀ, ਉਹ ਜੁਮਲਾ ਨਿਕਲ ਜਾਂਦਾ ਸੀ, ਫਿਰ ਅਗਲੇ ਦਿਨ ਮਰਡਰ ਹੋ ਜਾਂਦਾ ਸੀ ਕਿਸੇ ਦਾ। ਉਹ ਚੀਜ਼ ਹੁਣ ਇਹਨਾਂ 6 ਸਾਲਾਂ 'ਚ ਇੰਨੀ ਜ਼ਿਆਦਾ ਵੱਧ ਗਈ ਹੈ। ਪਹਿਲੇ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਰੇਅਰ ਮਿਲਦਾ ਸੀ ਕੋਈ ਕਿਸੇ ਨੂੰ ਗਾਲੀ ਦਿੰਦਾ ਸੀ। ਉਹ ਜਦੋਂ ਗਾਲੀ ਦਿੰਦਾ ਸੀ ਧਾਰਮਿਕ, ਜਿਹਨੂੰ ਆਪਾਂ ਧਾਰਮਿਕ ਪਰਸੀਕਿਊਟ ਕਹਿੰਦੇ ਆ, ਠੀਕ ਹੈ, ਜਿਹਦੇ ਆਧਾਰ ਤੇ ਸੀਏ ਦੇ ਆਧਾਰ ਤੇ ਬੰਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ ਤੋਂ ਲੋਕਾਂ ਨੂੰ ਬੁਲਾਇਆ ਜਾ ਰਿਹਾ, ਉਹ ਪਰਸੀਕਿਊਸ਼ਨ ਇੱਥੇ ਹੀ ਹੈ। ਪਹਿਲੇ ਇੱਥੇ ਦੀ ਪਰਸੀਕਿਊਸ਼ਨ ਨੂੰ ਠੀਕ ਕੀਤਾ ਜਾਵੇ ਨਾ। ਅੱਜ YouTube ਚੈਨਲ ਚੁੱਕੋ, ਸੋਸ਼ਲ ਮੀਡੀਆ ਚੁੱਕੋ, ਮੁਸਲਮਾਨ ਹਿੰਦੂ ਨੂੰ ਸਰੇਆਮ ਗਾਲੀ ਦੇ ਰਿਹਾ, ਹਿੰਦੂ ਮੁਸਲਮਾਨ ਨੂੰ ਗਾਲੀਆਂ ਦੇ ਰਿਹਾ, ਤੂੰ ਇੱਥੇ ਆ, ਤੂੰ ਉੱਥੇ ਆ, ਤੈਨੂੰ ਮਾਰ ਦਾਂਗੇ, ਠੀਕ ਹੈ। ਪੋਲੀਟੀਸ਼ੀਅਨਸ, ਜਦੋਂ ਇਹ ਮੁੱਦਾ ਥੋੜਾ ਸ਼ਾਂਤ ਹੁੰਦਾ, ਪੋਲੀਟੀਸ਼ੀਅਨਸ ਹੀ ਇੱਕ ਮੁੱਦਾ ਚੁੱਕ ਦਿੰਦੇ ਨੇ। ਕੋਈ ਮੋਦੀ ਸਰਕਾਰ ਦੇ ਕੁਝ ਜਿਹੜੇ ਪੜ੍ਹੇ ਲਿਖੇ ਮੰਤਰੀ ਨੇ, ਜਿਵੇਂ ਹੁਣ ਪਿੱਛੇ ਜੇ ਕੈਥਲ ਤੋਂ ਵਿਧਾਇਕ ਨੇ, ਉਹਨਾਂ ਨੇ ਬੋਲ ਦਿੱਤਾ ਕਿ ਇਹ ਗਾਂਧੀ ਦਾ ਦੇਸ਼ ਨਹੀਂ ਹੈ, ਇਹ ਮੋਦੀ ਜੀ ਦਾ ਦੇਸ਼ ਹੈ, 15 ਮਿੰਟ ਸਾਨੂੰ ਦੇ ਦਿਓ, ਅਸੀਂ ਦੱਸ ਦਾਂਗੇ ਕੀ ਹੈ। ਵਾਟ ਇਜ਼ ਦਿਸ? ਕਿਉਂ ਮੋਦੀ ਸਰਕਾਰ ਨੇ ਹਜੇ ਤੱਕ ਉਸ ਬੰਦੇ ਤੇ ਐਕਸ਼ਨ ਨਹੀਂ ਲਿਆ? ਅਸੀਂ ਤੁਸੀਂ ਬੋਲ ਕੇ ਦੇਖੀਏਗਾ, ਮੇਰੇ ਖਿਆਲ ਆਪਾਂ ਸੂਰਜ ਨਹੀਂ ਵੇਖ ਪਾਵਾਂਗੇ ਦੁਬਾਰਾ। ਪਰਸੀਕਿਊਸ਼ਨ ਦੇ ਚੱਕਰ 'ਚ ਅੰਦਰ ਚਲੇ ਜਾਾਂਗੇ ਕਿ ਲੋਕਾਂ ਨੂੰ ਭੜਕਾਉਂਦੇ ਨੇ। ਅਸੀਂ ਭੜਕਾ ਨਹੀਂ ਰਹੇ, ਅਸੀਂ ਇੱਕ ਮੁੱਦਾ ਲੈ ਕੇ ਬੈਠੇ ਹਾਂ ਕਿ ਧਾਰਮਿਕ ਚੀਜ਼ ਨੂੰ ਕਿਉਂ ਜੋੜਿਆ ਜਾਂਦਾ। ਇਹ ਦੇਸ਼ ਸੈਕੂਲਰਿਜ਼ਮ ਤੇ ਸੀਗਾ, ਸੈਕੂਲਰ ਦੇਸ਼ ਹੈ। ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਲਾਗੂ ਇੱਥੇ ਕੋਈ ਗੋਡਸੇ ਦੀ ਰਾਜਨੀਤੀ ਨਹੀਂ ਹੈ। ਗੋਡਸੇ ਦੀ ਵਿਚਾਰਧਾਰਾ ਵਾਲੀ ਜਿਹੜੀ ਪਾਰਟੀਆਂ ਨੇ, ਤੁਸੀਂ ਸੁਣਿਆ ਸੀ ਕਦੀ ਗੋਡਸੇ ਦਾ ਨਾਮ, ਗਵਾਲਕਰ ਦਾ ਨਾਮ, ਜਾਂ ਫਿਰ ਹਿੰਦੂਇਜ਼ਮ ਦੇ ਵਿੱਚ ਕਿ ਨਾਥੂਰਾਮ ਗੋਡਸੇ ਨੇ ਗਾਂਧੀ ਜੀ ਨੂੰ ਮਾਰਿਆ? ਅੱਜ ਤੱਕ ਕਦੀ ਨਹੀਂ ਪੜ੍ਹਿਆ, ਨਾ ਸੁਣਿਆ। ਪੜ੍ਹਿਆ ਜ਼ਰੂਰ ਸੀ, ਮਾਰਤਾ। ਹੁਣ ਬੀਜੇਪੀ ਗਵਰਨਮੈਂਟ ਦੇ ਜਾਂ ਉਹਦੇ ਜਿਹੜੇ ਲੋਕ ਨੇ, ਕੁਝ ਲੋਕ, ਉਹ ਕਹਿੰਦੇ ਨੇ ਕਿ ਗੋਡਸੇ ਦੀ ਵਿਚਾਰਧਾਰਾ ਠੀਕ ਸੀ। ਅਗਰ ਗੋਡਸੇ ਦੀ ਵਿਚਾਰਧਾਰਾ ਠੀਕ ਸੀ ਤੇ ਕੁਐਸਚਨ ਮਾਰਕ ਨਾਲ ਮੈਂ ਇਹ ਬੋਲਾਂਗਾ ਕਿ ਗਾਂਧੀ ਜੀ ਆਤੰਕਵਾਦੀ ਸੀ? ਫਿਰ ਉਹ ਆਤੰਕਵਾਦੀ ਹੋਏ ਨਾ। ਜਦ ਗੋਡਸੇ ਦੀ ਵਿਚਾਰਧਾਰਾ ਠੀਕ ਸੀ ਤਾਂ ਉਹਨੇ ਗਾਂਧੀ ਜੀ ਨੂੰ ਗੋਲੀ ਮਾਰਤੀ, ਤੇ ਗਾਂਧੀ ਜੀ, ਬਾਪੂ ਜੀ ਸਾਡੇ, ਉਹ ਆਤੰਕਵਾਦੀ ਹੋ ਗਏ। ਤੇ ਇਹ ਵਿਚਾਰਧਾਰਾ ਇੰਨੀ ਨਕਾਰਾਤਮਕ ਹੈਗੀ ਹੈ ਕਿ ਇਹਦੇ ਵਿੱਚੋਂ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਕਦੀ ਵੀ ਇਸ ਦਲਦਲ ਚੋਂ ਨਹੀਂ ਕੱਢ ਸਕਾਂਗੇ। ਰੋਹਿਤ ਜੀ, ਤੇ ਇਹ ਸਾਜ਼ਿਸ਼ਾਂ ਦੇ ਦੌਰ 'ਚ ਆਖਿਰ ਕਸ਼ਮੀਰੀ ਪੰਡਤ, ਬਾਕੀ ਵੀ ਪੀੜਤ ਹੀ ਹੁੰਦਾ ਹੈ, ਪਰ ਆਪਾਂ ਕਸ਼ਮੀਰੀ ਪੰਡਤਾਂ ਦੇ ਹੈ, ਉਹ ਕਿਵੇਂ, ਜੇ ਸਾਫ਼ ਨੀਤੀ ਗਵਰਨਮੈਂਟ ਅਪਣਾਉਂਦੀ ਹੈ ਤਾਂ ਕੀ ਕਰੇ ਹੋ, ਮਤਲਬ ਜਿਸ ਨਾਲ ਉਹ ਪੁਨਰ ਸਕੇ? ਤਾਂ ਦੇਖੋ, ਮੈਂ ਪਹਿਲੇ ਵੀ ਤੁਹਾਨੂੰ ਦੱਸ ਕੇ ਹਟਿਆ ਰੁਪਾਲ ਜੀ ਕਿ ਕੇਂਦਰ ਗਵਰਨਮੈਂਟ ਨੇ ਵਾਅਦਾ ਕੀਤਾ ਸੀ ਕਸ਼ਮੀਰੀ ਪੰਡਤਾਂ ਦੇ ਨਾਲ ਕਿ ਅਸੀਂ ਤੁਹਾਡੇ ਏਰੀਆਜ਼ ਦੇ ਵਿੱਚ ਹਸਪੀਟਲ ਬਣਾਵਾਂਗੇ, ਸਕੂਲਸ ਬਣਾਵਾਂਗੇ, ਕਾਲਜਸ ਬਣਾਵਾਂਗੇ, 6000 ਤੱਕ ਤੁਹਾਡੇ ਯੁਵਾ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਲੇਕਿਨ ਅਨਫੋਰਚੂਨੇਟਲੀ ਨਾ ਉੱਥੇ ਕੋਈ ਸਕੂਲ ਹੈ, ਨਾ ਉੱਥੇ ਕੋਈ ਕਾਲਜ ਹੈ, ਨਾ ਉੱਥੇ ਕੋਈ ਹਸਪੀਟਲ ਬਣਾਇਆ ਗਿਆ। ਛੋਟੀਆਂ ਡਿਸਪੈਂਸਰੀਆਂ ਨੇ ਜਿੱਥੇ ਮੈਡੀਸਨਸ ਦੀ ਕਮੀ ਹੈ। ਅਗਰ ਇਹਨਾਂ ਦਾ ਪੁਨਰਵਾਸ ਕਰਨਾ ਚਾਹੁੰਦੇ ਨੇ, ਇੱਕ ਅੱਛਾ ਬਜਟ ਤਿਆਰ ਕਰਨ, ਉੱਥੇ ਦੀ ਲੋਕਲ ਰਾਜਪਾਲ ਗਵਰਨਮੈਂਟ ਜਿਹੜਾ ਇਹ ਰਾਸ਼ਟਰਪਤੀ ਸ਼ਾਸਨ ਹੈਗਾ ਉਹਨਾਂ ਨਾਲ ਗੱਲ ਕੀਤੀ ਜਾਵੇ, ਇਹਨਾਂ ਨੂੰ ਇੱਕ ਏਰੀਆ ਜਿਹੜਾ ਹੈ ਉਹ ਦੇ ਦਿੱਤਾ ਜਾਵੇ ਕਿ ਇਸ ਏਰੀਆਜ਼ ਦੇ ਵਿੱਚ ਰਹਿਣਗੇ, ਉਹਨਾਂ ਦੇ ਫਲੈਟਸ ਦੀ ਮੁਰੰਮਤ ਕਰਾਈ ਜਾਵੇ,
ਉਹਨਾਂ ਨੂੰ ਸਭ ਤੋਂ ਪਹਿਲੀ ਚੀਜ਼ ਹੈ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਉਹਨਾਂ ਨੂੰ ਇਤਨਾ ਫੰਡ ਦਿੱਤਾ ਜਾਵੇ ਕਿ ਆਪਣੇ ਉਹ ਬਿਜ਼ਨਸ ਸ਼ੁਰੂ ਕਰ ਸਕਣ, ਤਾਂ ਹੀ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਦੇਸ਼ ਦੇ ਭਵਿੱਖ ਵਾਸਤੇ ਫਾਇਦੇਮੰਦ ਸਾਬਤ ਹੋਣ। ਐਵੇਂ ਜੁਮਲੇ ਬੋਲ ਦੇਣਾ ਜਾਂ ਫਿਰ ਕੁਝ ਬੀਜੇਪੀ ਦੇ ਡਿਬੇਟਰ ਹੈਗੇ ਨੇ ਉਹ ਡਿਬੇਟ ਕਰਦੇ ਨੇ, ਉਹ ਅਸੀਂ ਇੰਜ ਕਰ ਦਾਂਗੇ ਉਂਝ 30 ਸਾਲ ਹੋ ਗਏ ਯਾਰ, ਉਹ ਲੋਕ ਕੁਝ ਵੀ ਨਹੀਂ ਕਰ ਪਾ ਰਹੇ, ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ। ਤੁਸੀਂ ਜਾ ਕੇ ਰੁਪਾਲ ਜੀ ਦੇਖੋ ਇੱਕ ਵਾਰੀ ਉੱਤੇ, ਮੈਂ ਦੂਰ ਨਾ ਜਾਣਾ, ਸਿਰਫ ਜਗਤੀ ਕੈਂਪ ਚਲੇ ਜਾਣਾ, ਤੁਹਾਨੂੰ ਉੱਥੇ ਤੱਕ ਜਾਣ ਕੋਈ ਨਹੀਂ ਦੇਗਾ। ਰੋਹਿਤ ਜੀ ਧੰਨਵਾਦ ਗੱਲਬਾਤ ਕਰਨ ਲਈ। ਰਾਜਨੀਤੀਆਂ ਦੇ ਸਾਜ਼ਿਸ਼ਾਂ ਦੌਰਾਨ ਘੱਟ ਗਿਣਤੀ ਕਹੋ ਜਾਂ ਕੁਝ ਵੀ ਕਹੋ, ਹਰ ਬੰਦਾ ਪੀੜਤ ਹੈ। ਇਹ ਪੀੜਤਾਂ ਦੀ ਸਫਰ ਕਹਾਣੀ ਬਹੁਤ ਡੂੰਘੀ ਹੈ ਜੇ ਇਸ ਨੂੰ ਸਮਝਿਆ ਜਾਵੇ। ਲੋੜ ਹੈ ਧਰਮਾਂ ਤੋਂ ਉੱਠ ਕੇ ਸੋਚਣ ਦੀ। ਤੇ ਮਿਲਦੇ ਹਾਂ ਇੱਕ ਹੋਰ ਨਵੇਂ ਤਰੀਕੇ ਨਾਲ। ਜਸਵਿੰਦਰ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ। ਤੁਸੀਂ ਜੁੜੇ ਰਹੋ ਚੈਨਲ ਸ਼ਾਨ ਪੰਜਾਬੀ ਨਾਲ। ਮਾਣ ਪੰਜਾਬ ਦਾ।